Welcome, dear students, to Section A, Chapter 4, Liberty and Discipline, written by Sir William Slim. Today we'll discuss the long answer type question answers. The first question: how does history teach us the need of a disciplined living? Explain. ਇਤਿਹਾਸ ਸਾਨੂੰ ਕਿਵੇਂ ਦੱਸਦਾ ਹੈ ਕਿ ਸਾਨੂੰ ਅਨੁਸ਼ਾਸਿਤ ਜੀਵਨ ਜੀਣਾ ਚਾਹੀਦਾ ਹੈ? ਇਸ ਦੀ ਵਿਸਤਾਰ ਨਾਲ ਵਿਆਖਿਆ ਕਰੋ. Human beings had a wild life like all other animals. We evolved as social and civil beings only with discipline. ਜਿਵੇਂ ਬਾਕੀ ਸਾਰੇ ਜਾਨਵਰ ਇੱਕ ਜੰਗਲੀ ਜੀਵਨ ਜੀਂਦੇ ਸਨ, ਮਨੁੱਖ ਵੀ ਇੱਕ ਜੰਗਲੀ ਜੀਵਨ ਜੀਂਦਾ ਸੀ, ਲੇਕਿਨ ਅਸੀਂ ਸਮਾਜਿਕ ਅਤੇ ਸੱਭਿਅਕ ਪ੍ਰਾਣੀ ਬਣ ਗਏ. ਕਿਸ ਕਾਰਨ? ਸਿਰਫ ਆਪਣੇ ਅਨੁਸ਼ਾਸਨ ਕਾਰਨ. Human beings sensed time even during prehistoric period with the sun. ਜਦੋਂ ਘੜੀਆਂ ਨਹੀਂ ਸਨ, ਕਲੌਕ ਨਹੀਂ ਸਨ, ਸੂਰਜ ਦੀ ਮਦਦ ਨਾਲ ਵੀ ਇਨਸਾਨ ਵਕਤ ਦਾ ਪਤਾ ਲਾ ਲੈਂਦਾ ਸੀ. They scheduled their life accordingly. ਇਸ ਤਰ੍ਹਾਂ ਮਨੁੱਖ ਸਵੇਰ ਤੋਂ ਸ਼ਾਮ ਤੱਕ ਅਤੇ ਹਰ ਮੌਸਮ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਸੰਭਾਲਦਾ ਤੁਰਦਾ ਗਿਆ. This gave birth to a disciplined lifestyle which was the backbone of evolution. ਇਸ ਤਰ੍ਹਾਂ ਸਾਡਾ ਜ਼ਿੰਦਗੀ ਜੀਣ ਦਾ ਢੰਗ ਬਹੁਤ ਹੀ ਅਨੁਸ਼ਾਸਿਤ ਹੋ ਗਿਆ, ਜੋ ਕਿ ਸਾਡੇ ਜੰਗਲ ਤੋਂ ਅੱਜ ਦੇ ਜੀਵਨ ਦੀ ਇੱਕ ਰੀੜ੍ਹ ਦੀ ਹੱਡੀ ਹੈ. ਇਸੇ ਕਾਰਨ ਅਸੀਂ ਜਾਨਵਰ ਤੋਂ ਇਨਸਾਨ ਬਣ ਗਏ. Consequently, we have created villages, towns and even metro cities. ਤੇ ਨਤੀਜੇ ਵਜੋਂ ਅੱਜ ਅਸੀਂ ਇੰਨੇ ਵਿਕਸਿਤ ਹੋ ਗਏ ਕਿ ਅਸੀਂ ਪਿੰਡ, ਕਸਬੇ ਅਤੇ ਵੱਡੇ ਵੱਡੇ ਸ਼ਹਿਰ ਵਸਾ ਲਏ ਹਨ. Without discipline, we would have not been able to do this much. Not is missing here, you can add. ਜੇ ਅਸੀਂ ਅਨੁਸ਼ਾਸਿਤ ਨਾ ਹੁੰਦੇ ਤਾਂ ਅਸੀਂ ਇਸ ਤਰ੍ਹਾਂ ਦਾ ਵਿਕਾਸ ਨਹੀਂ ਕਰ ਸਕਦੇ ਸੀ. Question number 2. What is the relationship between liberty and discipline? Dear students, liberty and discipline are the two sides of the same coin. Without discipline, liberty has no meaning. Liberty मतलब आज़ादी, अनुशासन मतलब डिसिप्लिन मतलब अनुशासन. सो साडा सवाल ये है कि आज़ादी ਤੇ ਅਨੁਸ਼ਾਸਨ ਦੇ ਵਿੱਚ ਕੀ ਸੰਬੰਧ ਹੈ? ਤਾਂ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਹਨ. ਬਿਨਾਂ ਅਨੁਸ਼ਾਸਨ ਤੋਂ ਆਜ਼ਾਦੀ ਦਾ ਕੋਈ ਮਤਲਬ ਨਹੀਂ. ਬਿਨਾਂ ਅਨੁਸ਼ਾਸਨ ਦੀ ਆਜ਼ਾਦੀ ਕੀ ਬਣ ਜਾਂਦੀ ਹੈ? ਜੰਗਲੀਪੁਣਾ ਬਣ ਜਾਂਦੀ ਹੈ. ਵਿਦਾਊਟ ਲਿਬਰਟੀ ਡਿਸਿਪਲਿਨ ਇਜ਼ ਲਾਈਕ ਡਿਕਟੇਟਰਸ਼ਿਪ. ਅਤੇ ਜੇ ਅਸੀਂ ਆਜ਼ਾਦੀ ਨਾ ਦਈਏ ਅਤੇ ਸਿਰਫ ਅਨੁਸ਼ਾਸਨ ਹੀ ਰੱਖ ਲਈਏ ਤਾਂ ਇਹ ਕੀ ਬਣ ਜਾਊਗਾ? ਇਹ ਤਾਨਾਸ਼ਾਹੀ ਬਣ ਜਾਊਗੀ. ਸੋ ਬੋਥ ਗੋ ਹੈਂਡ ਇਨ ਹੈਂਡ. ਇਸ ਲਈ ਆਜ਼ਾਦੀ ਅਤੇ ਅਨੁਸ਼ਾਸਨ ਇਕੱਠੇ ਹੀ ਚੱਲਦੇ ਹਨ. If we want a nation to progress, it has to be disciplined, but at the same time, its people should have proper liberty of thought, expression, choice making and action. ਇਸ ਲਈ ਇੱਕ ਵਧੀਆ ਰਾਸ਼ਟਰ ਕਦੋਂ ਅੱਗੇ ਵਧੇਗਾ, ਕਦੋਂ ਵਿਕਾਸ ਕਰੇਗਾ? ਜਦੋਂ ਉਸ ਸਥਾਨ 'ਤੇ ਅਨੁਸ਼ਾਸਨ ਅਤੇ ਆਜ਼ਾਦੀ ਦਾ ਸਹੀ ਮਿਕਦਾਰ ਵਿੱਚ ਮਿਸ਼ਰਣ ਹੋਵੇਗਾ. ਯਾਨੀ ਕਿ ਜਿੱਥੇ ਜਿੱਥੇ ਅਨੁਸ਼ਾਸਨ ਜ਼ਰੂਰੀ ਹੈ ਅਨੁਸ਼ਾਸਨ ਲਾਗੂ ਹੋਵੇ ਅਤੇ ਪੂਰੀ ਸਖਤੀ ਨਾਲ ਲਾਗੂ ਹੋਵੇ, ਅਤੇ ਜਿੱਥੇ ਜਿੱਥੇ ਆਜ਼ਾਦੀ ਜ਼ਰੂਰੀ ਹੈ ਉੱਥੇ ਆਜ਼ਾਦੀ ਮਿਲੇ. ਜਦੋਂ ਅਨੁਸ਼ਾਸਿਤ ਜੀਵਨ ਦੇ ਅੰਦਰ ਹਰ ਵਿਅਕਤੀ ਨੂੰ ਸੋਚਣ ਦੀ ਆਜ਼ਾਦੀ, ਆਪਣੇ ਮਨ ਦੀ ਗੱਲ ਕਹਿਣ ਦੀ ਆਜ਼ਾਦੀ, ਕੁਝ ਵੀ ਚੁਣਨ ਦੀ ਆਜ਼ਾਦੀ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰ ਲੈਣ ਦੀ ਆਜ਼ਾਦੀ ਹੁੰਦੀ ਹੈ, ਤਾਂ ਇਹ ਇੱਕ ਸੰਤੁਲਿਤ ਅਨੁਸ਼ਾਸਨ ਬਣ ਜਾਂਦਾ ਹੈ. That is why it is often said that discipline is possible without liberty, but liberty is not possible without discipline. ਇਸ ਲਈ ਬੜੀ ਮਸ਼ਹੂਰ ਗੱਲ ਹੈ, ਆਮ ਹੀ ਕਹੀ ਜਾਂਦੀ ਹੈ ਕਿ ਅਨੁਸ਼ਾਸਨ ਬਿਨਾਂ ਆਜ਼ਾਦੀ ਤੋਂ ਤਾਂ ਸੰਭਵ ਹੋ ਸਕਦਾ ਹੈ, ਪਰ ਆਜ਼ਾਦੀ ਕਦੇ ਵੀ ਬਿਨਾਂ ਅਨੁਸ਼ਾਸਨ ਤੋਂ ਸੰਭਵ ਨਹੀਂ ਹੁੰਦੀ. Question number 3. What does indiscipline lead to? ਜੇ ਅਸੀਂ ਅਨੁਸ਼ਾਸਿਤ ਨਾ ਹੋਈਏ ਤਾਂ ਕੀ ਹੋਵੇਗਾ? Indiscipline leads to chaotic social life. chaotic मतलब ਉਲਝੀ ਹੋਈ.
अनुशासनहीन समाजिक जीवन बहुत ही उलझा होया ताना बाना बन जाएगा। सोशल डिसिप्लिन स्टार्ट्स फ्रॉम इंडिविजुअल डिसिप्लिन। समाज अनुशासित कदों ਹੁੰਦਾ ਹੈ ਜਦੋਂ ਹਰ ਇੱਕ ਵਿਅਕਤੀ ਅਨੁਸ਼ਾਸਨ 'ਚ ਰਹਿੰਦਾ ਹੈ। If indiscipline prevails in a society, it creates a threat to the weakest and the poor. ਅਗਰ ਸਾਡੇ ਸਮਾਜ ਦੇ ਵਿੱਚ ਅਨੁਸ਼ਾਸਨਹੀਨਤਾ ਆ ਜਾਏਗੀ ਤਾਂ ਇਸ ਦੇ ਨਾਲ ਦੋ ਧਿਰਾਂ ਨੂੰ ਬਹੁਤ ਜ਼ਿਆਦਾ ਖਤਰਾ ਪੈਦਾ ਹੋ ਜਾਂਦਾ ਹੈ, ਇੱਕ ਤਾਂ ਗਰੀਬਾਂ ਨੂੰ, ਇੱਕ ਕਮਜ਼ੋਰਾਂ ਨੂੰ। ਸੋਸ਼ਲ ਅਨਰੈਸਟ ਟੇਕਸ ਪਲੇਸ। ਸਮਾਜ ਦੇ ਵਿੱਚ ਸੁਹਿਰਦਤਾ ਕਾਇਮ ਨਹੀਂ ਰਹਿ ਸਕਦੀ, ਅਨਰੈਸਟ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਸਮਾਜ ਇੱਕ ਦੂਸਰੇ ਦੇ ਪ੍ਰਤੀ ਹਿੰਸਾ ਨਾਲ ਭਰ ਜਾਂਦਾ ਹੈ। ਪੀਪਲ ਸਟਾਰਟ ਅਟੈਕਿੰਗ ਅਦਰਸ ਹੂ ਆਰ ਈਜ਼ੀ ਟਾਰਗੇਟਸ। ਵੱਡੀ ਮਛਲੀ ਛੋਟੀ ਮਛਲੀ ਨੂੰ ਖਾਣ ਲੱਗ ਜਾਂਦੀ ਹੈ। ਲੋਕ ਉਹਨਾਂ ਉੱਤੇ ਹਮਲਾ ਕਰਨ ਲੱਗ ਜਾਂਦੇ ਹਨ ਜਿਨ੍ਹਾਂ ਉੱਤੇ ਹਮਲਾ ਕਰਨਾ ਆਸਾਨ ਹੈ। ਡਿਸਿਪਲਿਨ ਇਜ਼ ਐਸੈਂਸ਼ੀਅਲ ਫॉर ਅ ਨੇਸ਼ਨ ਟੂ ਪ੍ਰੋਗਰੈਸ। ਇਸ ਲਈ ਅਨੁਸ਼ਾਸਨ ਕਿਸੇ ਵੀ ਰਾਸ਼ਟਰ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਡਿਸਿਪਲਿਨ ਕੀਪਸ ਅਸ ਔਨ ਰਾਈਟ ਟਰੈਕ ਵਾਈਲ ਇਨਡਿਸਿਪਲਿਨ ਲੀਡਸ ਟੂ ਫੇਲੀਅਰਸ ਐਂਡ ਫਰਸਟ੍ਰੇਸ਼ਨ। ਇੱਕ ਅਨੁਸ਼ਾਸਨ ਹੀ ਹੈ ਜਿਹੜਾ ਸਾਨੂੰ ਸਹੀ ਰਸਤੇ 'ਤੇ ਰੱਖਦਾ ਹੈ, ਜਦੋਂ ਕਿ ਅਨੁਸ਼ਾਸਨਹੀਨਤਾ ਸਾਨੂੰ ਫੇਲੀਅਰਸ ਦਾ ਮਤਲਬ ਕਿ ਨਾਕਾਮੀਆਂ ਵੱਲ ਲੈ ਕੇ ਜਾਂਦੀ ਹੈ ਅਤੇ ਸਾਡੇ ਮਨ ਦੇ ਵਿੱਚ ਗੁਬਾਰ ਭਰ ਜਾਂਦੇ ਹਨ। ਕੁਐਸਚਨ ਨੰਬਰ 4, ਹਾਊ ਕੈਨ ਐਨ ਆਫਿਸਰ ਇਨਕਲਕੇਟ ਅ ਸੈਂਸ ਆਫ ਡਿਸਿਪਲਿਨ ਇਨ ਹਿਜ਼ ਸਬਆਰਡੀਨੇਟਸ। ਮੰਨ ਲਓ ਕੋਈ ਅਫਸਰ ਹੈ ਅਤੇ ਉਸ ਨੇ ਆਪਣੇ ਤੋਂ ਨੀਚੇ ਵਾਲੇ ਲੋਕਾਂ ਦੇ ਅੰਦਰ ਅਨੁਸ਼ਾਸਨ ਪੈਦਾ ਕਰਨਾ ਹੈ, ਤਾਂ ਇਸ ਦਾ ਕੀ ਤਰੀਕਾ ਇਸ ਪਾਠ ਦੇ ਵਿੱਚ ਦੱਸਿਆ ਗਿਆ ਹੈ। This chapter says that discipline goes from top to bottom. ਤਾਂ ਇਸ ਪਾਠ ਦੇ ਅਨੁਸਾਰ ਅਨੁਸ਼ਾਸਨ ਉੱਪਰ ਤੋਂ ਨੀਚੇ ਵੱਲ ਨੂੰ ਜਾਂਦਾ ਹੈ, ਯਾਨੀ ਕਿ ਅਫਸਰ ਤੋਂ ਛੋਟੇ ਅਧਿਕਾਰੀਆਂ ਵੱਲ ਨੂੰ ਜਾਂਦਾ ਹੈ। When an officer wants his subordinates to be fully disciplined, he needs to start from self-discipline first. ਅਗਰ ਕੋਈ ਅਫਸਰ ਚਾਹੁੰਦਾ ਹੈ ਕਿ ਮੇਰੇ ਨਾਲ ਮੇਰੇ ਅੰਡਰ ਜਿੰਨੇ ਵੀ ਵਿਅਕਤੀ ਕੰਮ ਕਰ ਰਹੇ ਹਨ ਅਨੁਸ਼ਾਸਿਤ ਹੋਣ, ਤਾਂ ਸਭ ਤੋਂ ਪਹਿਲਾਂ ਉਸਨੂੰ ਕਿਸ ਨੂੰ ਅਨੁਸ਼ਾਸਿਤ ਕਰਨਾ ਪਏਗਾ? ਸੈਲਫ ਨੂੰ, ਯਾਨੀ ਕਿ ਖੁਦ ਨੂੰ। ਓਨਲੀ ਦੈਨ ਹੀ ਕੈਨ ਸੈਟ ਐਨ ਐਗਜ਼ਾਮਪਲ ਫॉर ਅਦਰਸ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਇੱਕ ਉਦਾਹਰਨ ਦੇ ਤੌਰ 'ਤੇ ਸਥਾਪਿਤ ਕਰ ਲਏਗਾ। ਇਫ ਹੀ ਡਜ਼ ਨਾਟ ਸਟਿਕ ਟੂ ਅ ਸ਼ਡਿਊਲ, ਹੀ ਕੈਨ ਨੈਵਰ ਮੋਟੀਵੇਟ ਅਦਰਸ ਟੂ ਬੀ ਪੰਕਚੁਅਲ। ਜੇ ਅਫਸਰ ਖੁਦ ਹੀ ਆਪਣੇ ਸ਼ਡਿਊਲ ਨੂੰ ਫੋਲੋ ਨਹੀਂ ਕਰੇਗਾ ਤਾਂ ਉਹ ਕਦੇ ਵੀ ਦੂਸਰਿਆਂ ਨੂੰ ਵਕਤ ਦਾ ਪਾਬੰਦ ਹੋਣ ਲਈ ਪ੍ਰੇਰਨਾ ਨਹੀਂ ਦੇ ਸਕਦਾ। ਐਨ ਆਫਿਸਰ ਸ਼ੁੱਡ ਬੀ ਐਨ ਇੰਸਪੀਰੇਸ਼ਨ ਫॉर ਹਿਜ਼ ਸਬਆਰਡੀਨੇਟਸ। ਇਸ ਲਈ ਉਸਨੂੰ ਆਪਣੇ ਤੋਂ ਨੀਚੇ ਕੰਮ ਕਰਨ ਵਾਲੇ ਅਧਿਕਾਰੀਆਂ ਲਈ ਇੱਕ ਪ੍ਰੇਰਨਾ ਸਰੋਤ ਬਣਨਾ ਚਾਹੀਦਾ ਹੈ। ਹੀ ਸ਼ੁੱਡ ਟੇਕ ਇਨੀਸ਼ੀਏਟਿਵ ਇਨ ਦਿਸ ਰਿਗਾਰਡ ਵਿਚ ਵਿਲ ਸੈਟ ਅ ਟ੍ਰੈਂਡ ਫॉर ਅਦਰਸ ਟੂ ਫੋਲੋ। ਇਸ ਮਾਮਲੇ ਵਿੱਚ ਉਸਨੂੰ ਟ੍ਰੈਂਡ ਸੈਟਰ ਬਣਨਾ ਚਾਹੀਦਾ ਹੈ। ਇੰਨੀ ਵਧੀਆ ਅਨੁਸ਼ਾਸਨ ਦੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਕਿ ਸਾਰੇ ਉਸ ਦਾ ਅਨੁਸਰਨ ਕਰਨ ਲਈ ਖੁਸ਼ੀ ਮਹਿਸੂਸ ਕਰਨ। ਕੁਐਸਚਨ ਨੰਬਰ 5, ਵਟ ਆਰ ਦ ਐਡਵਾਂਟੇਜਸ ਆਫ ਡਿਸਿਪਲਿਨ। ਤਾਂ ਅਨੁਸ਼ਾਸਨ ਦੇ ਫਾਇਦੇ ਕੀ ਹਨ? ਅਨੁਸ਼ਾਸਨ ਦੇ ਸਿਰਫ ਫਾਇਦੇ ਹੀ ਫਾਇਦੇ ਹਨ, ਕੋਈ ਨੁਕਸਾਨ ਨਹੀਂ। ਡਿਸਿਪਲਿਨ ਇਜ਼ ਦ ਬੈਕਬੋਨ ਆਫ ਅ ਸੋਸਾਇਟੀ। ਕਿਸੇ ਵੀ ਸਮਾਜ ਦੀ ਰੀੜ੍ਹ ਦੀ ਹੱਡੀ ਕੀ ਹੁੰਦੀ ਹੈ? ਅਨੁਸ਼ਾਸਨ। ਇਟ ਕੀਪਸ ਪੀਪਲ ਸਿਸਟਮੈਟਿਕ ਐਂਡ ਫੋਕਸਡ। ਜਦੋਂ ਕੋਈ ਵੀ ਸਮਾਜ ਅਨੁਸ਼ਾਸਿਤ ਹੁੰਦਾ ਹੈ ਤਾਂ ਉੱਥੋਂ ਦੇ ਲੋਕ ਬਹੁਤ ਹੀ ਸਲੀਕੇ ਨਾਲ ਕੰਮ ਕਰਦੇ ਹਨ ਅਤੇ ਹਰ ਸਮੇਂ ਆਪਣੇ ਟੀਚੇ ਵੱਲ ਵੱਧਦੇ ਰਹਿੰਦੇ ਹਨ। ਅ ਸੋਸਾਇਟੀ ਕੈਨ ਨੈਵਰ ਪ੍ਰੋਗਰੈਸ ਵਿਦਾਊਟ ਪ੍ਰੋਸੀਡਿੰਗ ਇਨ ਅ ਡਿਸਿਪਲਿਨਡ ਵੇ। ਕੋਈ ਵੀ ਸਮਾਜ ਵਿਕਾਸ ਕਦੇ ਵੀ ਨਹੀਂ ਕਰ ਸਕਦਾ ਜੇ ਉਹ ਅਨੁਸ਼ਾਸਿਤ ਰਾਹ 'ਤੇ ਨਾ ਚੱਲੇ। Liberty and discipline are the two sides of the same coin. Without discipline, liberty has no meaning. ਤਾਂ ਆਜ਼ਾਦੀ ਤੇ ਅਨੁਸ਼ਾਸਨ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ ਅਤੇ ਬਿਨਾਂ ਅਨੁਸ਼ਾਸਨ ਤੋਂ ਆਜ਼ਾਦੀ ਦਾ ਕੋਈ ਮਤਲਬ ਨਹੀਂ। ਵਿਦਾਊਟ ਲਿਬਰਟੀ ਡਿਸਿਪਲਿਨ ਇਜ਼ ਲਾਈਕ ਡਿਕਟੇਟਰਸ਼ਿਪ। ਅਤੇ ਬਿਨਾਂ ਆਜ਼ਾਦੀ ਤੋਂ ਜਿਹੜਾ ਅਨੁਸ਼ਾਸਨ ਹੈ ਉਹ ਕੀ ਹੈ? ਉਹ ਤਾਂ ਬਸ ਇੱਕ ਡਿਕਟੇਟਰਸ਼ਿਪ ਹੈ, ਤਾਨਾਸ਼ਾਹੀ ਹੈ। both go hand in hand, ਇਸ ਲਈ ਨਾਲੋਂ ਨਾਲ ਚੱਲਦੇ ਹਨ। if we want a nation to progress, it has to be disciplined. ਰਾਸ਼ਟਰ ਦੇ ਵਿਕਾਸ ਲਈ ਉਸ ਦਾ ਅਨੁਸ਼ਾਸਿਤ ਹੋਣਾ ਜ਼ਰੂਰੀ ਹੈ।
indiscipline leads to chaotic social life. Social discipline starts from individual discipline. If indiscipline prevails in a society, it creates a threat to the weakest and the poor. ਤਾਂ ਇਸ ਤਰ੍ਹਾਂ ਅਸੀਂ ਪੂਰੇ ਚੈਪਟਰ ਦੇ ਵਿੱਚ ਇਹੀ ਗੱਲ ਪੜ੍ਹੀ ਹੈ ਕਿ ਸਮਾਜ ਦਾ ਅਨੁਸ਼ਾਸਨ ਵਿਅਕਤੀ ਦੇ ਅਨੁਸ਼ਾਸਨ ਤੋਂ ਸ਼ੁਰੂ ਹੁੰਦਾ ਹੈ। ਜਿਸ ਸਮਾਜ ਦੇ ਸਾਰੇ ਵਿਅਕਤੀ ਅਨੁਸ਼ਾਸਿਤ ਹੁੰਦੇ ਹਨ ਉਹ ਪੂਰਾ ਸਮਾਜ ਹੀ ਅਨੁਸ਼ਾਸਿਤ ਹੋ ਜਾਂਦਾ ਹੈ। ਅਤੇ ਜੇ ਇਸ ਤਰ੍ਹਾਂ ਦਾ ਅਨੁਸ਼ਾਸਨ ਨਾ ਹੋਵੇ ਤਾਂ ਕਮਜ਼ੋਰ ਅਤੇ ਗਰੀਬ ਮਾਰੇ ਜਾਂਦੇ ਹਨ। ਸਮਾਜ ਦੇ ਵਿੱਚ ਬਿਲਕੁਲ ਹੀ ਅਨਰੈਸਟ ਵਾਲੀ ਸਥਿਤੀ ਹੋ ਜਾਂਦੀ ਹੈ। ਪੀਪਲ ਸਟਾਰਟ ਅਟੈਕਿੰਗ ਅਦਰਸ ਹੂ ਆਰ ਈਜ਼ੀ ਟਾਰਗੇਟਸ। ਅਤੇ ਅਜਿਹੀ ਹਾਲਤ ਦੇ ਵਿੱਚ ਲੋਕ ਦੂਸਰਿਆਂ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਡੀਅਰ ਸਟੂਡੈਂਟਸ, ਦਿਸ ਵਾਜ਼ ਦ ਲਾਸਟ ਐਂਡ ਦ ਥਰਡ ਪਾਰਟ ਆਫ ਦਿਸ ਚੈਪਟਰ, that is liberty and discipline. If you have any problem, you can tell me in the comment section. Heartiest thanks for all your likes, subscribe and comments. Keep on sharing the material with all those students who really need it. Thank you so much for being with me. Have a very nice day.